हेलो स्टूडेंट्स, इस वीडियो च आपां चैप्टर नंबर 3 ਦੇ ਨੈਕਸਟ ਟੌਪਿਕਸ ਡਿਸਕਸ ਕਰਾਂਗੇ ਤੇ ਸਬਜੈਕਟ ਹੈ ਕੰਪਿਊਟਰ ਨੈਟਵਰਕ। ਫਰਸਟ ਟੌਪਿਕ ਇਜ਼ ਸਬਨੈਟਿੰਗ ਐਂਡ ਫਰਸਟ ਕੁਐਸਚਨ ਇਜ਼ ਰਾਈਟ ਅ ਸ਼ਾਰਟ ਨੋਟ ਔਨ ਸਬਨੈਟਿੰਗ। ਸੋ ਸਬਨੈਟਿੰਗ ਦੀ ਬੇਸਿਕਲੀ ਡੈਫੀਨੇਸ਼ਨ ਹੁੰਦੀ ਹੈ the subnetting procedure divides a network into several subnetworks in such a way that each of these subnets has its own address. The subnet address is created by dividing the host address into the network address and host address. So सबनैटिंग ਦਾ मतलब ਹੁੰਦਾ ਹੈ ਕਿ ਇੱਕ ਲਾਰਜਰ ਨੈਟਵਰਕ ਨੂੰ ਸਮੋਲ ਨੈਟਵਰਕਸ 'ਚ ਡਿਵਾਈਡ ਕਰਨਾ। ਫੋਰ ਐਗਜ਼ਾਮਪਲ, ਜਿਵੇਂ ਸਾਡੇ ਕੈਂਪਸ ਦੇ ਵਿੱਚ ਬਹੁਤ ਸਾਰੇ ਕਾਲਜਿਸ ਹੈ ਲਾਈਕ ਪੋਲੀਟੈਕਨਿਕ, ਫਾਰਮੇਸੀ, ਲਾਅ, ਇੰਜੀਨੀਅਰਿੰਗ ਐਟਸੈਟਰਾ। ਸੋ ਲੈਟਸ ਸੇ ਕਲਾਸ ਸੀ ਯੂਜ਼ ਹੋ ਰਹੀ ਹੈ ਸਾਡੇ ਕੈਂਪਸ 'ਚ, ਤਾਂ ਆਪਾਂ ਉਸ ਕਲਾਸ ਸੀ ਨੂੰ ਅਲੱਗ-ਅਲੱਗ ਸਬਨੈਟਸ 'ਚ ਡਿਵਾਈਡ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਸਬਨੈਟਿੰਗ। ਫੋਰ ਐਗਜ਼ਾਮਪਲ, ਸਬਨੈਟ 1 ਆਪਾਂ ਪੋਲੀਟੈਕਨਿਕ ਲਈ ਯੂਜ਼ ਕਰ ਸਕਦੇ ਹਾਂ ਅਤੇ ਸਬਨੈਟ 2 ਇੰਜੀਨੀਅਰਿੰਗ ਕਾਲਜ ਲਈ, ਅਤੇ ਇਸ ਤਰ੍ਹਾਂ ਸਾਰੇ ਕਾਲਜਿਸ ਦਾ ਆਪਣਾ ਇੱਕ ਅਲੱਗ ਸਬ ਨੈਟਵਰਕ ਹੋ ਸਕਦਾ ਹੈ। ਸੋ ਸਬਨੈਟਿੰਗ ਬੇਸਿਕਲੀ ਆਪਾਂ ਇੱਕ ਲਾਰਜਰ ਨੈਟਵਰਕ ਨੂੰ ਸਮੋਲ ਨੈਟਵਰਕਸ 'ਚ ਡਿਵਾਈਡ ਕਰਨ ਲਈ ਯੂਜ਼ ਕਰਦੇ ਹਾਂ, ਅਤੇ ਇਹਨਾਂ ਸਮੋਲਰ ਨੈਟਵਰਕਸ ਨੂੰ ਆਪਾਂ ਕੀ ਕਹਿੰਦੇ ਹਾਂ? ਸਬਨੈਟਸ। ਸੋ ਸਬਨੈਟਿੰਗ ਦੇ ਅੰਡਰ ਸਾਡੇ ਕੋਲ ਟੌਪਿਕ ਆਉਂਦਾ ਹੈ ਮਾਸਕਿੰਗ। Now there should be some mechanism to describe that which part of the address is the network address and which one is the host address. The masking is the procedure that is applied to see this. The routers outside the organization use default mask and the routers inside the organization use subnet mask. For example, IP address है जिवें साडे कोल एक IP address ਦੇ दो parts ਹੁੰਦੇ ਹਨ, network address ਤੇ host address। ਕਿਹੜਾ ਪਾਰਟ IP ਐਡਰੈਸ ਦੇ ਵਿੱਚ ਨੈਟਵਰਕ ਐਡਰੈਸ ਨੂੰ ਬਿਲੋਂਗ ਕਰਦਾ ਹੈ ਅਤੇ ਕਿਹੜਾ ਹੋਸਟ ਨੂੰ ਬਿਲੋਂਗ ਕਰਦਾ ਹੈ, ਇਹ ਕਿਹਦੀ ਹੈਲਪ ਦੇ ਨਾਲ ਪਤਾ ਲੱਗਦਾ ਹੈ? ਮਾਸਕਿੰਗ ਦੀ ਹੈਲਪ ਦੇ ਨਾਲ। ਮਾਸਕ ਦੋ ਤਰ੍ਹਾਂ ਦਾ ਹੁੰਦਾ ਹੈ, ਡਿਫੋਲਟ ਮਾਸਕ ਅਤੇ ਸਬਨੈਟ ਮਾਸਕ। ਜਿਹੜਾ ਆਊਟਸਾਈਡ ਰਾਊਟਰਸ ਹੈ ਉਹ ਡਿਫੋਲਟ ਮਾਸਕ ਯੂਜ਼ ਕਰਦੇ ਹੈ ਅਤੇ ਇਨਸਾਈਡ ਰਾਊਟਰਸ ਕਿਹੜਾ ਮਾਸਕ ਯੂਜ਼ ਕਰਦੇ ਹੈ? ਸਬਨੈਟ ਮਾਸਕ। ਸੋ ਆਪਾਂ ਹੁਣ ਸਭ ਤੋਂ ਪਹਿਲਾਂ ਕਿਹੜਾ ਡਿਸਕਸ ਕਰਾਂਗੇ? ਡਿਫੋਲਟ ਮਾਸਕ। ਸੋ ਮੈਂ ਲਾਸਟ ਲੈਕਚਰ ਕਲਾਸਿਸ ਆਫ IP ਐਡਰੈਸਿੰਗ ਵਿੱਚ ਵੀ ਦੱਸਿਆ ਸੀ ਕਿ ਇੱਕ IP ਐਡਰੈਸ ਦੇ ਵਿੱਚ ਟੋਟਲ ਕਿੰਨੀਆਂ ਆਕਟੇਟਸ ਹੁੰਦੀਆਂ? 4। ਅਤੇ ਟੋਟਲ ਉਹ ਕਿੰਨੇ ਬਿਟ ਦਾ ਹੁੰਦਾ ਹੈ IP ਐਡਰੈਸ? 32 ਬਿਟਸ ਦਾ। ਇੱਕ ਆਕਟੇਟ ਦੇ ਵਿੱਚ 8 ਬਿਟਸ ਹੁੰਦੀਆਂ। ਸੋ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਵੀ ਸਾਡੇ ਕੋਲ 4 ਆਕਟੇਟਸ ਹੈ ਅਤੇ ਚਾਰਾਂ ਆਕਟੇਟਸ ਦੇ ਵਿੱਚ ਕਿੰਨੀਆਂ ਬਿਟਸ ਨੇ? 8 ਬਿਟਸ। ਸੋ ਟੋਟਲ IP ਐਡਰੈਸ ਸਾਡੇ ਕੋਲ 32 ਬਿਟਸ ਦਾ ਹੁੰਦਾ ਹੈ। ਸੋ ਅਗਰ ਫਸਟ ਆਕਟੇਟ ਦੀਆਂ ਸਾਰੀਆਂ ਬਿਟਸ ਆਪਾਂ 1 ਕਰ ਦੇਵਾਂਗੇ ਤਾਂ ਸਾਡੇ ਕੋਲ ਫਸਟ ਆਕਟੇਟ ਦੀ ਵੈਲਿਊ 255 ਆ ਜਾਊਗੀ। ਸੋ ਕਲਾਸ A 'ਚ ਫਸਟ ਆਕਟੇਟ ਨੈਟਵਰਕ ID ਨੂੰ ਬਿਲੋਂਗ ਕਰਦਾ ਹੈ ਤਾਂ ਇਹਦਾ ਡਿਫੋਲਟ ਮਾਸਕ ਕੀ ਹੋਊਗਾ? 255.0.0.0। ਇਸੇ ਤਰ੍ਹਾਂ ਆਪਾਂ ਕਲਾਸ B 'ਚ ਦੇਖਾਂਗੇ। ਕਲਾਸ B ਦੇ ਵਿੱਚ ਫਸਟ 2 ਆਕਟੇਟਸ ਜਿਹੜੀਆਂ ਹੁੰਦੀਆਂ ਉਹ ਕਿਹਨੂੰ ਬਿਲੋਂਗ ਕਰਦੀਆਂ? ਨੈਟਵਰਕ ID ਨੂੰ। ਸੋ ਕਲਾਸ B ਦਾ ਡਿਫੋਲਟ ਮਾਸਕ ਕੀ ਹੋਊਗਾ? 255.255.0.0। ਜਿੰਨੀਆਂ ਆਕਟੇਟਸ ਨੈਟਵਰਕ ID ਨੂੰ ਬਿਲੋਂਗ ਕਰਦੀਆਂ ਹੈ ਉਨੀ ਵਾਰੀ ਅਸੀਂ 255.255 ਲਿਖਾਂਗੇ ਤਾਂ ਸਾਡੇ ਕੋਲ ਕੀ ਆ ਜਾਂਦਾ ਹੈ? ਡਿਫੋਲਟ ਮਾਸਕ। ਸੇਮ ਕਲਾਸ C ਐਡਰੈਸ ਦੇ ਵਿੱਚ ਅਸੀਂ ਹੁਣ ਦੇਖਾਂਗੇ। ਕਲਾਸ C ਦੇ ਵਿੱਚ ਪਹਿਲੀਆਂ 3 ਆਕਟੇਟਸ ਕਿਹਨੂੰ ਬਿਲੋਂਗ ਕਰਦੀਆਂ? ਨੈਟਵਰਕ ID ਨੂੰ। ਸੋ ਹੁਣ ਅਸੀਂ ਕਲਾਸ C ਦਾ ਡਿਫੋਲਟ ਮਾਸਕ ਕੈਲਕੂਲੇਟ ਕਰਨ ਲਈ ਅਸੀਂ 3 ਜਗ੍ਹਾ 255.255.0 ਲਿਖਾਂਗੇ। ਸੋ ਹੁਣ ਅਸੀਂ ਇੱਕ ਐਗਜ਼ਾਮਪਲ ਲਵਾਂਗੇ। ਇਹ ਸਾਡੇ ਕੋਲ ਇੱਕ IP ਐਡਰੈਸ ਹੈ 145.23.21.8। ਹੁਣ ਅਸੀਂ ਇਹਦੇ ਵਿੱਚ ਕੈਲਕੂਲੇਟ ਕਰਨਾ ਹੈ ਕਿ ਵੀ ਕਿੰਨੀਆਂ ਬਿਟਸ ਨੈਟਵਰਕ ID ਨੂੰ ਬਿਲੋਂਗ ਕਰ ਰਹੀਆਂ। ਸੋ ਜਿਵੇਂ ਕਿ ਸਾਨੂੰ ਇਹ ਪਤਾ ਹੈ 145 ਰੇਂਜ ਕਿਹਦੀ ਹੈ? ਕਲਾਸ B ਦਾ ਐਡਰੈਸ ਹੈ ਇਹ। ਤਾਂ ਸਭ ਤੋਂ ਪਹਿਲਾਂ ਅਸੀਂ ਇਸ IP ਐਡਰੈਸ ਨੂੰ ਬਾਈਨਰੀ ਦੇ ਵਿੱਚ ਕਨਵਰਟ ਕਰਾਂਗੇ। 145 ਦੀ ਵੈਲਿਊ ਕੀ ਹੁੰਦੀ ਹੈ ਬਾਈਨਰੀ ਦੇ ਵਿੱਚ? 100100001। ਸੇਮ 23 ਨੂੰ ਵੀ ਅਸੀਂ ਇੱਥੇ ਬਾਈਨਰੀ 'ਚ ਲਿਖਿਆ ਹੋਇਆ, 21 ਨੂੰ ਵੀ ਬਾਈਨਰੀ 'ਚ ਕਨਵਰਟ ਕੀਤਾ ਹੋਇਆ ਅਤੇ 8 ਨੂੰ ਵੀ। ਹੁਣ ਕਲਾਸ B ਦਾ ਡਿਫੋਲਟ ਮਾਸਕ ਕੀ ਹੁੰਦਾ? 255.255.0.0।
ਉਹ ਅਸੀਂ ਇੱਥੇ ਲਿਖਾਂਗੇ 255.255.0.0। ਹੁਣ ਦੋਨਾਂ ਦੇ ਉੱਪਰ ਅਸੀਂ ਐਂਡ ਆਪਰੇਸ਼ਨ ਅਪਲਾਈ ਕਰਾਂਗੇ। ਇਸ ਡਿਫੋਲਟ ਮਾਸਕ ਨੂੰ ਵੀ ਅਸੀਂ ਬਾਈਨਰੀ 'ਚ ਕਨਵਰਟ ਕੀਤਾ ਹੋਇਆ ਹੈ। ਐਂਡ ਆਪਰੇਸ਼ਨ ਦਾ ਮਤਲਬ ਹੁੰਦਾ ਮਲਟੀਪਲਾਈ। ਹੁਣ 255 ਦਾ ਮਤਲਬ ਹੁੰਦਾ ਸਾਰੇ 1। ਹੁਣ ਇਹਨੂੰ ਅਗਰ ਅਸੀਂ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਵੈਲਿਊ ਕੀ ਆਊਗੀ, ਸੇਮ ਆਹੀ ਫਿਗਰ। ਤੇ ਇਹ ਕੀ ਹੈ 145। ਸੋ ਆਂਸਰ ਕੀ ਹੈ 145। ਅਗਰ ਇਹਨਾਂ ਸਾਰੇ 1s ਨੂੰ ਅਸੀਂ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਵੈਲਿਊ ਕੀ ਆਊਗੀ, ਸੇਮ ਇਹੀ ਵਾਲੀ ਵੈਲਿਊ। ਤੇ ਇਹ ਵਾਲੀ ਵੈਲਿਊ ਕਿਹੜੀ ਹੈ 23 ਦੀ। ਸੋ ਆਂਸਰ ਵੁੱਡ ਬੀ 145.23। ਬਾਕੀ ਅਗਰ 0 ਨੂੰ ਅਸੀਂ ਇਹਦੇ ਨਾਲ ਮਲਟੀਪਲਾਈ ਕਰਾਂਗੇ ਸਾਰੀਆਂ 0 ਨੂੰ, ਤਾਂ ਆਂਸਰ ਕੀ ਆਊਗਾ 0.0। ਔਰ ਇਹਨਾਂ ਸਾਰੀਆਂ 0 ਨੂੰ ਅਗਰ ਅਸੀਂ ਇਹਨਾਂ ਸਾਰੇ ਵੈਲਿਊ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਆਂਸਰ ਕੀ ਆਊਗਾ 0। ਸੋ ਟੋਟਲ ਸਾਡੇ ਕੋਲ IP ਐਡਰੈਸ ਕੀ ਆਊਗਾ 145.23.0.0। ਸੋ ਇਹ ਦੋ ਜਿਹੜੀਆਂ ਵੈਲਿਊਜ਼ ਹੈ ਇਹ ਕਿਹਨੂੰ ਬਿਲੋਂਗ ਕਰ ਰਹੀਆਂ ਹੈ, ਨੈਟਵਰਕ ID ਨੂੰ। ਸੋ ਇਸ ਤਰ੍ਹਾਂ ਅਸੀਂ ਡਿਫੋਲਟ ਮਾਸਕ ਦੀ ਹੈਲਪ ਦੇ ਨਾਲ ਇਹ ਪਤਾ ਕਰਦੇ ਹਾਂ ਕਿ ਵੀ ਕਿੰਨੀਆਂ ਬਿਟਸ ਨੈਟਵਰਕ ID ਨੂੰ ਬਿਲੋਂਗ ਕਰਦੀਆਂ IP ਐਡਰੈਸ ਦੀਆਂ ਤੇ ਕਿੰਨੀਆਂ ਬਿਟਸ ਹੋਸਟ ਐਡਰੈਸ ਨੂੰ ਬਿਲੋਂਗ ਕਰਦੀਆਂ। ਹੁਣ ਆਪਾਂ ਡਿਸਕਸ ਕਰਾਂਗੇ ਸਬਨੈਟ ਮਾਸਕ। ਸੋ ਦ ਸਬਨੈਟ ਮਾਸਕ ਇਜ਼ ਕ੍ਰੀਏਟਡ ਬਾਈ ਇਨਕਰੀਜ਼ਿੰਗ the number of ones in the network ID of the IP address. These ones are added at the leftmost position in the default mask. If there are 3 ones added to the default mask, that means there are 2 raised to power 3 subnets. ਹੁਣ ਸਬਨੈਟ ਮਾਸਕ ਅਸੀਂ ਨੈਕਸਟ ਸਲਾਈਡ ਦੇ ਵਿੱਚ ਇੱਕ ਐਗਜ਼ਾਮਪਲ ਦੇ ਨਾਲ ਕੈਲਕੂਲੇਟ ਕਰਾਂਗੇ। ਸੋ ਕਲਾਸ B ਦਾ ਜਿਹੜਾ ਡਿਫੋਲਟ ਮਾਸਕ ਹੁੰਦਾ ਉਹ ਹੁੰਦਾ 255.255.0.0। ਤੇ ਜਦੋਂ ਅਸੀਂ ਇਹਦਾ ਸਬਨੈਟ ਮਾਸਕ ਕੈਲਕੂਲੇਟ ਕਰਨਾ ਹੈ ਤਾਂ ਅਸੀਂ ਇਹਦੇ ਡਿਫੋਲਟ ਮਾਸਕ ਦੇ ਨਾਲ ਨੰਬਰ ਆਫ 1s ਐਡ ਕਰਨੇ ਆ। ਇਹਦੇ ਵਿੱਚ ਆਪਾਂ 3 ਨੰਬਰ ਆਫ 1s ਐਡ ਕੀਤੇ ਹੋਏ ਆ, ਤਾਂ ਅਸੀਂ ਇਸ 3 ਨੂੰ 2⁻³ ਲਿਖਾਂਗੇ ਤਾਂ ਦੈਟ ਮੀਨਸ 2⁻³ ਕਿੰਨਾ ਹੁੰਦਾ 8। ਸੋ ਟੋਟਲ ਸਾਡੇ ਕੋਲ ਇਸ ਕਲਾਸ ਦੇ ਵਿੱਚ 8 ਸਬ ਨੈਟਵਰਕਸ ਬਣੇ ਹੋਏ ਆ। ਅਗਰ ਇਹਨਾਂ ਸਾਰੀਆਂ ਵੈਲਿਊਜ਼ ਨੂੰ ਆਪਾਂ ਡੈਸੀਮਲ 'ਚ ਕਨਵਰਟ ਕਰਾਂਗੇ ਤਾਂ ਸਾਡੇ ਕੋਲ ਆਂਸਰ ਆਊਗਾ 255.255.224.0। ਸੋ ਇਹ ਇਹਦਾ ਕੀ ਹੈ ਸਬਨੈਟ ਮਾਸਕ ਹੈ ਕਲਾਸ B ਦਾ। ਸੋ ਅਗਰ ਅਸੀਂ ਹੁਣ ਫੋਰ ਐਗਜ਼ਾਮਪਲ ਸਿਰਫ ਇੱਕ 1 ਐਡ ਕੀਤਾ ਸੀ ਤਾਂ 2⁻1 ਲਿਖਾਂਗੇ ਤਾਂ ਦੈਟ ਮੀਨਸ ਸਾਡੇ ਕੋਲ 2⁻1 ਕੀ ਹੁੰਦਾ 2। ਸੋ ਟੋਟਲ ਇਹਦੇ ਵਿੱਚ ਸਬ ਨੈਟਵਰਕਸ ਕਿੰਨੇ ਬਣੇ ਹੋਏ ਆ 2। ਅਗਰ ਅਸੀਂ ਇਹਦੇ ਵਿੱਚ 2 1 ਐਡ ਕਰਨੇ ਹੁੰਦੇ ਸੀ ਤਾਂ ਫਿਰ ਅਸੀਂ ਕੀ ਲਿਖਾਂਗੇ 2⁻2 ਤਾਂ ਦੈਟ ਮੀਨਸ ਟੋਟਲ ਇਹਦੇ ਵਿੱਚ 4 ਸਬ ਨੈਟਵਰਕਸ ਬਣ ਸਕਦੇ ਆ। ਹੁਣ ਆਪਾਂ ਇਹਦੇ ਵਿੱਚ ਕਿੰਨੇ ਨੰਬਰ ਆਫ 1s ਐਡ ਕੀਤੇ ਸੀ 3। ਸੋ 3 ਨੂੰ ਅਸੀਂ 2⁻3 ਲਿਖਾਂਗੇ ਤਾਂ ਦੈਟ ਮੀਨਸ 8। ਸੋ ਟੋਟਲ ਇਹਦੇ ਵਿੱਚ ਸਬ ਨੈਟਵਰਕਸ ਕਿੰਨੇ ਬਣੇ ਹੋਏ ਆ 8। ਸੋ ਇਸ ਤਰੀਕੇ ਨਾਲ ਅਸੀਂ ਸਬਨੈਟ ਮਾਸਕ ਕੈਲਕੂਲੇਟ ਕਰ ਸਕਦੇ ਹਾਂ। ਸੋ ਹੁਣ ਆਪਾਂ ਕਰਾਂਗੇ ਨੈਕਸਟ ਟੌਪਿਕ ਸੁਪਰਨੈਟਿੰਗ। So question है, write a short note on supernetting. The concept of supernetting is exactly opposite to the concept of subnetting. In subnetting procedure, a network address is split up into a subnetworks to organize them. The subnetting is needed in case of class A or class B addresses. The concept of supernetting is implemented with class C addresses. When a company is large enough that it is having host far more than the maximum limit supported by a class C network, the problem can be solved by the process of supernetting. In this procedure, the organization combines a number of class C networks to generate one bigger network. So supernetting ਦੇ ਵਿੱਚ ਕੀ ਹੈ, ਹੁਣ ਸਬਨੈਟਿੰਗ ਦੇਖੋ ਕੀ ਹੁੰਦਾ ਸੀ। ਸਬਨੈਟਿੰਗ ਦੇ ਵਿੱਚ ਅਸੀਂ ਇੱਕ ਬਿਗਰ ਨੈਟਵਰਕ ਨੂੰ ਸਮੋਲਰ ਨੈਟਵਰਕਸ 'ਚ ਡਿਵਾਈਡ ਕਰਦੇ ਸੀ, ਠੀਕ ਹੈ। ਹੁਣ ਸੁਪਰਨੈਟਿੰਗ ਦੇ ਵਿੱਚ ਕੀ ਹੁੰਦਾ ਹੈ, ਇਹ ਸਬਨੈਟਿੰਗ ਦਾ ਆਪੋਜ਼ਿਟ ਹੁੰਦਾ ਹੈ। ਸੁਪਰਨੈਟਿੰਗ ਦੇ ਵਿੱਚ ਕੀ ਹੁੰਦਾ ਹੈ, ਛੋਟੇ ਛੋਟੇ ਸਮੋਲ ਨੈਟਵਰਕਸ ਨੂੰ ਕੰਬਾਈਨ ਕਰਕੇ ਸਾਡੇ ਕੋਲ ਇੱਕ ਬਹੁਤ ਬੜਾ ਨੈਟਵਰਕ ਬਣਦਾ ਹੈ। ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ, ਸੁਪਰਨੈਟਿੰਗ। ਸੋ ਸਟੂਡੈਂਟਸ ਜਿਹੜੇ ਆਪਾਂ ਦੋ ਨੈਕਸਟ ਟੌਪਿਕ ਕਰਨੇ ਆ ਦੈਟ ਇਜ਼ IPv4 ਐਂਡ IPv6। ਸਭ ਤੋਂ ਪਹਿਲਾਂ ਆਪਾਂ ਕਿਹੜਾ ਟੌਪਿਕ ਡਿਸਕਸ ਕਰਨਾ ਹੈ, IPv4। ਸੋ IP ਦੀ ਫੁੱਲ ਫੋਰਮ ਬੇਸਿਕਲੀ ਹੁੰਦੀ ਕੀ ਹੈ, ਇੰਟਰਨੈਟ ਪ੍ਰੋਟੋਕੋਲ। ਇਹ ਪ੍ਰੋਟੋਕੋਲ OSI ਮਾਡਲ ਦੀ ਨੈਟਵਰਕ ਲੇਅਰ 'ਤੇ ਵਰਕ ਕਰਦਾ ਹੈ। ਫੋਰ ਐਗਜ਼ਾਮਪਲ ਆਪਾਂ ਸਾਰੇ ਇੰਟਰਨੈਟ ਯੂਜ਼ ਕਰਦੇ ਹਾਂ
तो इंटरनेट पर आप मेनली करते की हाँ, आप अपना डाटा सेंड करते हैं एक जगह तो दूसरी जगह पर, जिमें आप ईमेल भेज सकते हैं, वट्सएप पर डाटा सेंड करते हैं एटसैक्ट्रा। सो ये जोड़ा आप डेटा भेजते हैं ये किहड़ी फॉर्म च हुंदा है, ये पैकेट्स की फॉर्म च हुंदा है। आप डाटा नूं पैकेट्स च डिवाइड करके भेजते हैं। सो इंटरनेट प्रोटोकॉल बेसिकली इन्हां पैकेट्स नूं सेंड ते रिसीव करन लई यूज़ हुंदा है। पैकेट्स नूं आपां डाटाग्राम भी कह सकते हैं। तो जिहड़ा ये IP डाटाग्राम हुंदा है ये दो पार्ट्स दे विच डिवाइड हुंदा है, हैडर पार्ट एंड डेटा पार्ट। मीनस हर पैकेट दे साडे कोल दो पार्ट्स हुंदे है, हैडर पार्ट ते डेटा पार्ट। जिहड़ा फस्ट पार्ट हुंदा है दैट इज़ हैडर पार्ट। इस हैडर पार्ट दे अंडर भी साडे कोल बहुत सारियां फील्ड्स हुंदियां ते इन्हां फील्ड्स दे विच साडे कोल बहुत सारी इनफॉर्मेशन हुंदी है। सैकेंड पार्ट इज़ नोन एज डेटा पार्ट। डेटा पार्ट दे विच की आंदा है, जो असी एक्चुअल दे विच डेटा सेंड करना है फ्रॉम सेंडर टू रिसीवर। सो हुण आपां की करना है, असी इस हैडर दियां ये वालियां सारियां फील्ड्स डिस्कस करांगे। इहदे विच टोटल 13 फील्ड्स आंदियां जो आपां नैक्सट स्लाइड दे विच डिस्कस करांगे। ये जिहड़ा हैडर हुंदा है ये इहदी लेंथ टोटल कितनी हुंदी है 20 to 60 बाइट्स, ते टोटल हैडर प्लस डेटा दोनों की लेंथ कितनी हुंदी है 20 to 65536। सो इस हैडर दे अंडर बहुत सारी ये फील्ड्स आंदियां ते इन्हां फील्ड्स नूं आपां हुण नैक्सट स्लाइड दे विच डिस्कस करांगे। In this slide, we will discuss the number of fields of IPv4 header format. The first field है VER, that means version. The version field indicates the version of the protocol to which the datagram belongs to. This field is of 4 bits. So version field की दसदी है, ये दसदी है कि किहड़ा version यूज़ हो रहा है। सो IPv4 ਦੇ ਵਿੱਚ 4th वर्जन यूज़ हो रहा है। सो इस केस ਦੇ ਵਿੱਚ ਇਹਦੀ वैल्यू की होगी 4 ਤੇ ਇਹ फील्ड टोटल किन्ने बिट्स ਦੀ ਹੁੰਦੀ है 4 बिट्स की होंगी है। नाउ सेकेंड फील्ड इज HLEN, दैट मीन्स हैडर लेंथ। इट इज़ नॉट कॉन्स्टेंट, इट मे वेरी फ्रॉम 20 to 60 बाइट्स। दिस फील्ड टेल्स द लेंथ ऑफ द हैडर एंड इट इज़ ऑफ 4 बिट्स। सो हैडर लेंथ फील्ड की दसदी है कि टोटल थोड़े हैडर की लेंथ कितनी है। हैडर की लेंथ थोड़े वेरी करती है फ्रॉम 20 to 60 बाइट्स, तो यह कॉन्सटेंट नहीं होंगी। तो यह फील्ड भी टोटल किन्ने बिट्स की बनी होंगी है 4 बिट्स की। नेक्स्ट थर्ड फील्ड इज टाइप ऑफ सर्विस। दिस फील्ड अलाउज अ होस्ट टू टेल द सबनेट अबाउट द काइंड ऑफ द सर्विसेज नीडेड बाय इट। मैनी टाइप ऑफ सर्विसेज मे बी चोजन डिपेंडिंग अपॉन द नीड। Various combination of reliability and speed are possible. For example, if digitized voice is to be sent on the network, fast delivery is needed. So जिहड़ी थर्ड फील्ड है दैट इज़ टाइप ऑफ सर्विस। ये की दसदी है कि किस तरह की सर्विस की रिक्वायरमेंट है नैटवर्क दे विच। सपोज सानू हाई डिलीवरी हाई रिलायबिलिटी चाहिए है या फिर सानू फास्ट डिलीवरी चाहिए है। ये चीज़ां किहदे विच डिस्क्राइब होंदियां हैं, ये थर्ड फील्ड दैट इज़ टाइप ऑफ सर्विस दे विच। ठीक है। उस तो बाद फोर्थ फील्ड इज़ टोटल लेंथ। टोटल लेंथ फील्ड की दसदी है कि टोटल थोड़े IP डाटाग्राम की लेंथ इनकलूडिंग योर हैडर और डेटा दोनों नूं मिला के किन्नी बनती है। ठीक है। तो यह लेंथ किहदे विच डिस्क्राइब होंदी है टोटल लेंथ फील्ड दे विच। नैक्सट इज़ आइडेंटिफिकेशन फील्ड। आइडेंटिफिकेशन फील्ड मीन्स दिस फील्ड यूनिकली आइडेंटिफाइज द ग्रुप ऑफ फ्रैगमेंट्स। It tells which particular fragment belongs to which datagram. आइडेंटिफिकेशन फील्ड की करती है, ये सारे फ्रैगमेंट्स के नाल एक आइडेंटिफिकेशन नंबर लगा देंदी है। तो यह आइडेंटिफिकेशन नंबर रिसीवर साइड ते पैकेट्स नूं आइडेंटिफाई करता है कि केड़ा पैकेट्स या फ्रैगमेंट केड़े मैसेज नूं बिलोंग करता है। ठीक है। नैक्सट फील्ड इज़ फ्लैग्स। फ्लैग जिहड़ी फील्ड हुंदी है वो 3 बिट फील्ड हुंदी है। इहदे विच 3 फ्लैग्स यूज़ हुंदे आ। फस्ट इज़ अनयूज्ड, सैकेंड इज़ डोंट फ्रैगमेंट एंड थर्ड इज़ मोर फ्रैगमेंट। इन्हां तिन्नां दी एक्सप्लेनेशन असी नैक्सट स्लाइड दे विच डिस्कस करांगे। सो ये 3 तरह के फ्लैग्स यूज़ होंदे आ साडे IPv4 हैडर फॉर्मेट दे विच। फस्ट इज़ अनयूज्ड फ्लैग, सैकेंड इज़ डोंट फ्रैगमेंट एंड थर्ड इज़ मोर फ्रैगमेंट। ये तीनों ही फ्लैग 1 बिट के होंगे तो टोटल जी फ्लैग फील्ड होंगी है वो साड़ी किन्ने बिट्स की होंगी है 3 बिट्स की। सो फस्ट फ्लैग इज़ अनयूज्ड फ्लैग।
there is one unused bit flag which is reserved for future use. ਜਿਹੜਾ ਇਹ ਵਾਲਾ flag ਹੁੰਦਾ ਹੈ ਇਹ ਆਪਾਂ ਹਲੇ use ਨਹੀਂ ਕਰ ਰਹੇ ਤੇ ਇਹਨੂੰ ਆਪਾਂ future ਦੇ ਲਈ reserve ਕੀਤਾ ਹੋਇਆ ਹੈ. Second flag is don't fragment. Don't fragment. This flag is used to order the router not to fragment the datagram. ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਡੇਟਾਗ੍ਰਾਮਸ ਨੂੰ ਅਸੀਂ ਫਰਦਰ ਫਰੈਗਮੈਂਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਤੇ ਜਿਹੜਾ ਇਹ ਫਲੈਗ ਹੈ ਡੋਂਟ ਫਰੈਗਮੈਂਟ ਫਲੈਗ ਇਹਨੂੰ ਆਪਾਂ ਉਦੋਂ ਸੈੱਟ ਕਰ ਦਿੰਦੇ ਆ 1 ਜਦੋਂ ਅਸੀਂ ਫਰੈਗਮੈਂਟੇਸ਼ਨ ਸਟਾਪ ਕਰਨੀ ਹੋਵੇ ਤੇ ਇਹ ਫਰੈਗਮੈਂਟੇਸ਼ਨ ਕੌਣ ਕਰਦਾ ਹੈ ਰਾਊਟਰ ਕਰਦਾ ਹੈ. ਫਰਦਰ ਸਾਨੂੰ ਅਗਰ ਫਰੈਗਮੈਂਟੇਸ਼ਨ ਨਹੀਂ ਚਾਹੀਦੀ ਤਾਂ ਅਸੀਂ ਇਹ ਡੋਂਟ ਫਰੈਗਮੈਂਟ ਫਲੈਗ ਨੂੰ 1 ਸੈੱਟ ਕਰ ਦਿੰਦੇ ਆ. ਥਰਡ ਇਜ਼ ਮੋਰ ਫਰੈਗਮੈਂਟ ਫਲੈਗ. It is used to indicate that when all the fragments of a datagram has been arrived successfully. More fragment flag ਨੂੰ ਆਪਾਂ ਉਦੋਂ ਸੈੱਟ ਕਰਾਂਗੇ 1 ਜਦੋਂ ਸਾਰੇ fragments ਸਾਡੇ datagram ਦੇ related receiver side ਤੇ successfully ਪਹੁੰਚ ਜਾਂਦੇ ਆ ਤਾਂ ਇਸ flag ਦੀ value ਫਿਰ ਕੀ ਸੈੱਟ ਹੋ ਜਾਂਦੀ ਹੈ 1 ਹੋ ਜਾਂਦੀ ਹੈ. Next 7th field is fragment offset. It tells the position of the current fragment in the datagram. It specifies the offset of a particular fragment relative to the beginning of the original unfragmented IP datagram. Fragment offset ਕੀ ਦੱਸਦੀ ਹੈ ਇਹ current position ਦੱਸਦੀ ਹੈ ਤੁਹਾਡੇ fragment ਦੀ relative to original IP datagram. ਉਸ ਤੋਂ ਬਾਅਦ next ਜਿਹੜੀ field ਹੈ that is 8th field time to live. It is used to limit the lifetime of packets. It is given with a value that is about twice the maximum number of routes between any two hosts. Generally, a value of 255 is given to this field. The value is decreased by 1 when the datagram is received by a router. At the destination, the value of this field will be 0. So, इस field ਦਾ ਕੀ ਮਤਲਬ ਹੈ ਕਈ ਵਾਰੀ ਤੁਹਾਡਾ ਜਿਹੜਾ ਪੈਕਟ ਜਾਂ ਡੇਟਾਗ੍ਰਾਮ ਜਾਂ ਫਰੈਗਮੈਂਟ ਹੁੰਦਾ ਹੈ ਉਹ ਤੁਹਾਡੇ ਨੈਟਵਰਕ ਦੇ ਵਿੱਚ ਹੀ ਘੁੰਮਦਾ ਰਹਿੰਦਾ ਹੈ ਤੇ ਉਹ ਰਿਸੀਵਰ ਸਾਈਡ ਤੇ ਨਹੀਂ ਪਹੁੰਚਦਾ. ਫਿਰ ਅਸੀਂ ਕੀ ਕਰਦੇ ਹਾਂ ਇੱਕ ਵੈਲਿਊ ਸੈੱਟ ਕਰ ਦਿੰਦੇ ਹਾਂ ਮੈਕਸਿਮਮ ਵੈਲਿਊ ਆਫ 255. ਉਸ ਪੈਕਟ ਦੇ ਨਾਲ ਇੱਕ ਵੈਲਿਊ ਹੁੰਦੀ ਹੈ 255. ਜਦੋਂ ਉਹ ਇੱਕ ਰਾਊਟਰ ਤੇ ਪਹੁੰਚਦਾ ਹੈ ਤਾਂ ਉਹਦੀ ਵੈਲਿਊ ਇਹ ਡਿਕਰੀਜ਼ ਹੋ ਜਾਂਦੀ ਹੈ ਬਾਏ 1. ਇੱਦਾਂ ਉਹ ਜਦੋਂ ਸੈਕਿੰਡ ਰਾਊਟਰ ਤੇ ਪਹੁੰਚੂਗਾ ਫਿਰ ਉਹਦੀ ਵੈਲਿਊ ਕੀ ਹੋ ਜੂਗੀ 254 ਹੋ ਜੂਗੀ ਫਿਰ 253 ਹੋ ਜੂਗੀ. ਜਦੋਂ ਉਹ ਡੈਸਟੀਨੇਸ਼ਨ ਤੇ ਪਹੁੰਚਦਾ ਹੈ ਤਾਂ ਫਿਰ ਇਸ ਫੀਲਡ ਦੀ ਵੈਲਿਊ ਕੀ ਹੋ ਜਾਂਦੀ ਹੈ 0. ਤੇ ਦੈਟ ਮੀਨਸ ਇਹ ਲੂਪਿੰਗ ਨੂੰ ਖਤਮ ਕਰਨ ਲਈ ਟਾਈਮ ਟੂ ਲਿਵ ਫੀਲਡ ਯੂਜ਼ ਕੀਤੀ ਜਾਂਦੀ ਹੈ IPv4 ਹੈਡਰ ਫਾਰਮੈਟ ਦੇ ਵਿੱਚ. ਨੈਕਸਟ 9th field is protocol. It defines the protocol used in the datagram. The protocols can be ICMP, IGMP, TCP, UDP. So ਜਿਹੜੀ ਪ੍ਰੋਟੋਕੋਲ ਫੀਲਡ ਹੈ ਇਹ ਪ੍ਰੋਟੋਕੋਲਸ ਡਿਫਾਈਨ ਕਰਦੀ ਹੈ. ਹੋਰ ਵੀ ਬਹੁਤ ਸਾਰੇ ਪ੍ਰੋਟੋਕੋਲਸ ਇਹਦੇ ਵਿੱਚ ਯੂਜ਼ ਹੁੰਦੇ ਆ IPv4 ਦੇ ਵਿੱਚ ਲਾਈਕ ICMP ਇੰਟਰਨੈਟ ਕੰਟਰੋਲ ਮੈਸੇਜ ਪ੍ਰੋਟੋਕੋਲ, ਇੰਟਰਨੈਟ ਗਰੁੱਪ ਮੈਸੇਜ ਪ੍ਰੋਟੋਕੋਲ, TCP ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, UDP ਯੂਜ਼ਰ ਡੇਟਾਗ੍ਰਾਮ ਪ੍ਰੋਟੋਕੋਲ. ਸੋ ਇਹ ਪ੍ਰੋਟੋਕੋਲਸ ਸਾਰੇ ਕਿਹੜੀ ਫੀਲਡ ਦੇ ਵਿੱਚ ਡਿਫਾਈਨ ਹੁੰਦੇ ਆ ਪ੍ਰੋਟੋਕੋਲ ਫੀਲਡ ਦੇ ਵਿੱਚ. ਨੈਕਸਟ 10th field is header checksum. It is used to verify the header only. It is used for detecting the errors. Header checksum ਜਿਹੜੀ field ਹੈ ਉਹ ਸਿਰਫ header ਨੂੰ verify ਕਰਦੀ ਹੈ. Suppose ਤੁਹਾਡੇ error ਦੇ ਵਿੱਚ ਕੋਈ suppose ਤੁਹਾਡੇ header ਦੇ ਵਿੱਚ ਕੋਈ error ਆ ਜਾਂਦਾ ਹੈ ਠੀਕ ਹੈ ਤਾਂ ਫਿਰ ਉਸ error ਨੂੰ detect ਔਰ verify ਕਿਹੜੀ field ਕਰਦੀ ਹੈ header checksum field. Next field is source address. The source address specifies the IP address of the host who has generated the packet. It is of 32 bits. ਜਿਹੜੀ source address field ਹੁੰਦੀ ਹੈ total ਕਿੰਨੇ bits ਦੀ ਹੁੰਦੀ ਹੈ 32 bits ਦੀ. ਇਸ field ਦੇ ਵਿੱਚ sender ਦਾ address ਆਉਂਦਾ ਹੈ ਜਿਹੜਾ packets ਨੂੰ generate ਕਰਦਾ ਹੈ. ਜਿਸ PC ਤੋਂ ਅਸੀਂ data send ਕਰਦੇ ਹਾਂ ਉਸ PC ਦਾ send ਕਿਸ field ਦੇ ਵਿੱਚ ਆਉਂਦਾ ਹੈ source address field ਦੇ ਵਿੱਚ. Next is destination address. It specifies the IP address of the destination host. It is also of 32 bits. Destination address field ਵੀ ਕਿੰਨੇ bits ਦੀ ਹੁੰਦੀ ਹੈ 32 bits ਦੀ ਤੇ ਇਹਦੇ ਵਿੱਚ ਸਾਡੇ receiver ਦਾ address ਆਉਂਦਾ ਹੈ ਜਿਹਨੂੰ ਆਪਾਂ data ਭੇਜਣਾ ਹੁੰਦਾ ਹੈ. Next is option field. The option field contains other information about security, routing and timestamp. These are used for network testing and debugging. ਜਿਹੜੀ ਲਾਸਟ ਫੀਲਡ ਹੁੰਦੀ ਹੈ ਸਾਡੀ ਆਪਸ਼ਨ ਫੀਲਡ ਇਹਦੇ ਵਿੱਚ ਕਿਹੜੀ ਇਨਫੋਰਮੇਸ਼ਨ ਆਉਂਦੀ ਹੈ ਰਿਗਾਰਡਿੰਗ ਸਿਕਿਉਰਿਟੀ ਰਾਊਟਿੰਗ ਐਂਡ ਸਟੈਂਪ.
और जे साडे नैटवर्क दे विच कोई प्रॉब्लम आ जाए तो नैटवर्क की टैसटिंग और डिबगिंग लई भी असी किहड़ी फील्ड यूज़ करते हैं, ऑप्शन फील्ड। सो दिस इज़ ऑल अबाउट IPv for header format. Next topic is IPv6. The number of users of the internet are increasing day by day, and the services offered to these users are also increasing. A huge number of addresses are needed to accommodate such vast numbers of hosts. The IPv4 is being used in the current internet. The IPv6 has been designed for the future needs of the internet. IPv6 has following new features. IPv6 addresses is 128 bits long. Several new options have been added to the set of options. To accommodate the real-time traffic, IPv6 uses flow label instead of type of service. It also contains options for encryption and decryption. ਜਿਹੜਾ IPv6 है ਇਹ IPv4 ਦੇ ਨਾਲੋਂ थोड़ा बैटर है। ये की है जिमें सपोज साडे इंटरनेट के यूजर्स डे बाय डे इनक्रीज़ हो रहे हैं तो इस तरीके दे नाल साडे IP एड्रैसिस की रिक्वायरमेंट भी इनक्रीज़ हो रही है। IPv4 दे विच 2⁻32 मीनस ਉਹਦੇ ਵਿੱਚ IP एड्रैस किन्ने बिट्स का ਹੁੰਦਾ ਸੀ 32 बिट्स का, तो ਇਹਦੇ ਵਿੱਚ ਜਿਹੜਾ IP एड्रैस है वो किन्ने बिट्स का ਹੁੰਦਾ 128 बिट्स का। सो टोटल 2⁻128 यूजर्स साडे ऐड हो सकते हैं कि IPv6 ਦੇ ਵਿੱਚ, मतलब बहुत वास्ट अमाउंट ऑफ यूजर्स कैन बी एडेड इन IPv6। सो जिद्दां जिद्दां साडे यूजर्स इनक्रीज़ हो रहा है साडे IP एड्रैसिस की रिक्वायरमेंट भी वध रही है। सो IPv6 इस चीज़ नूं सॉर्ट आउट करन लई यूज़ किया जाता है। सो इहदे यह फीचर्स है IPv6 जिहड़ा एड्रैस हुंदा टोटल किन्ने बिट्स का हुंदा 128 बिट्स का। IPv4 दे विच जिहड़ा एड्रैस हुंदा सी वो किन्ने बिट्स का हुंदा सी 32 बिट्स का। इहदे विच बहुत सारे नवे ऑप्शनस भी ऐड किए हुए आ ऑप्शन फील्ड दे विच। IPv4 ਦੇ ਵਿੱਚ ਜਿਹੜੀ ਫੀਲਡ ਹੁੰਦੀ यूज़ ਕਰਦੇ ਸੀ ਆਪਾਂ टाइप ऑफ सर्विस फील्ड यूज़ करते सी, ਤੇ ਇਹਦੇ ਵਿੱਚ ਆਪਾਂ ਜਿਹੜੀ फील्ड यूज़ करनी है रियल टाइम ट्रैफिक ਨੂੰ कंट्रोल करने ਲਈ दैट इज़ फ्लो लेबल। ठीक है। इट ऑल्सो कंटेन्स ऑप्शंस फॉर इनक्रिप्शन एंड डिक्रिप्शन। इनक्रिप्शन एंड डिक्रिप्शन की हुंदा है डाटा नू सिक्योर करने ਲਈ ਇਹ यूज़ किया जाता है। डाटा नू असी सेंडर साइड ते इनक्रिप्ट कर देंगे तो रिसीवर साइड ते इनू आपां डिक्रिप्ट करते हैं सो दैट कोई भी हैकर साडे डाटा नू हैक ना कर सके। सो इस चीज़ लिए साडे कोले दो प्रोसैस हुंदे आ इनक्रिप्शन एंड डिक्रिप्शन। ये दोनों चीज़ां भी साडियां IPv6 दे विच सानू प्रोवाइड कीतियां गईयां रादर दैन इन IPv4। सो दिस इज़ योर IPv6 datagram header format. First field is VER, that is version, second is priority, then flow label, payload length, next header, hop limit, source IP address, destination IP address, and last is payload and extension headers. So first field is version, that is VER. This field tells the version of the protocol being used. The value of this field is 6 in case of IPv6. सो वर्जन फील्ड की दसदी है कि थोड़े प्रोटोकॉल का किहड़ा वर्जन यूज़ हो रहा है। IPv4 दे विच इहदी वैल्यू 4 हुंदी है तो IPv6 दे विच इहदी वैल्यू 6 हुंदी है क्योंकि IPv6 दे विच वर्जन 6 यूज़ हो रहा है। सेकेंड इज़ प्रायोरिटी फील्ड। दिस फील्ड इज़ यूज टू डिस्टिंग्विश बिटवीन द पैकेट्स whose sources can be flow controlled and those which cannot. The values 0 to 7 are for transmission that are capable of slowing down in the event of congestion. The values 8 to 15 are for the real-time traffic whose data sending rate is constant even if all the packets are being lost. Priority field जिहड़ी हुंदी है बेसिकली तुहाडे नैटवर्क के कंजैशन नूं स्लो डाउन करन लई यूज़ की जाती है। कंजैशन की हुंदा है ट्रैफिक हुंदा है जिहड़ा तुहाडे नैटवर्क दे विच आ जांदा है। ਜਿਹੜੀਆਂ फस्ट ਇਹਦੀਆਂ प्रायोरिटी फील्ड ਜਿਹੜੀ टोटल ਹੁੰਦੀ ਹੈ ਇਹ 16 ਬਿਟਸ ਦੀ ਹੁੰਦੀ ਹੈ। ਇਹਦੀਆਂ फस्ट 8 ਬਿਟਸ ਕੰਜੈਸ਼ਨ ਨੂੰ ਸਲੋ ਡਾਊਨ ਕਰਨ ਲਈ ਯੂਜ਼ ਕੀਤੀਆਂ ਜਾਂਦੀਆਂ ਤੇ ਇਹਦੀਆਂ ਜਿਹੜੀਆਂ ਨੈਕਸਟ 8 ਫੀਲਡਸ ਹੈ दैट मीनस 8 to 15 ਇਹ ਰੀਅਲ ਟਾਈਮ ਟ੍ਰੈਫਿਕ ਨੂੰ ਸੌਰਟ ਆਊਟ ਕਰਨ ਲਈ ਯੂਜ਼ ਕੀਤੀਆਂ ਜਾਂਦੀਆਂ। थर्ड field is flow label. It will be used to allow a source and destination to set up a connection with particular properties and requirements. फ्लो लेबल फील्ड जिहड़ी हुंदी है ओह सेंडर ते रिसीवर दे विच कनैक्शन एस्टैबलिश करन लई यूज़ की जाती है। ਇਹਦੇ ਨਾਲ ਕੀ ਹੈ सोर्स ते डेस्टिनेशन दे विच कनैक्शन एस्टैबलिश हो जाता है बट विद पर्टिकुलर
प्रॉपर्टीज़ एंड रिक्वायरमेंट्स, सपोज थानू फास्ट डिलीवरी चाहिए तो हाई रिलायबिलिटी चाहिए है, यह चीज़ां पहला ही सैट हो जांदियां तुहाडियां कनैक्शन एस्टैबलिश करन दे वेले ही विद द हेल्प ऑफ फ्लो लेबल फील्ड। नेक्स्ट फील्ड इज पेलोड लेंथ, इट टेल्स दैट हाउ मेनी बाइट्स फॉलो द 40 बाइट हैडर। पेलोड की हुंदा है? पेलोड मीनस योर एक्चुअल डाटा विच इज़ टू बी सेंड फ्रॉम द सेंडर टू द रिसीवर। सो जिहड़ा तुहाडा एक्चुअल डेटा है उहनूं आपां की कहने आ? पेलोड कहंदे आ। ते पेलोड लेंथ जिहड़ी फील्ड है वो तुहाडे उस डेटा दी लेंथ नूं दसदी है कि किन्ने बाइट्स दा डेटा तुसीं सेंड कर रहे हो फ्रॉम सेंडर टू रिसीवर। So this is your next header field. IPv6 supports 6 extension headers. The next header field tells which extension header is used. So IPv6 ਦੇ ਵਿੱਚ ਅਸੀਂ 6 ਹੋਰ extension header add ਕਰ ਸਕਦੇ ਹਾਂ। So ਕਿਹੜਾ extension header ਤੁਸੀਂ use ਕਰ ਰਹੇ ਹੋ ਉਸ ਚੀਜ਼ ਦੀ information ਕਿਸ field ਚ ਆਉਂਦੀ ਹੈ? next header field ਦੇ ਵਿੱਚ। Next field is hop counter. It indicates the maximum number of links over which the IPv6 packets can travel from being discarded. The size of this field is 8 bits. Hop ਦਾ मतलब ਹੁੰਦਾ है link. Suppose तुसी कंप्यूटर A तो डाटा कंप्यूटर D ते सेंड करना है तो सब तो पहला कंप्यूटर A तो डाटा कंप्यूटर B ते जाऊगा, फिर B तो C ते जाऊगा, फिर C तो D ਦੇ ਵਿੱਚ ਜਾਊਗਾ ਤੇ A ਤੋਂ B ਦੇ ਵਿੱਚ ਵੀ ਇੱਕ ਹੋਪ ਜਨਰੇਟ ਹੁੰਦਾ ਹੈ, ਮਤਲਬ ਲਿੰਕ B ਤੋਂ C ਦੇ ਵਿੱਚ ਵੀ ਇੱਕ ਹੋਪ ਜਨਰੇਟ ਹੁੰਦਾ ਤੇ C ਤੋਂ D ਦੇ ਵਿੱਚ ਵੀ ਹੋਪ ਹੁੰਦਾ। ਸੋ ਹੋਪ ਕਾਊਂਟਰ ਫੀਲਡ ਕੀ ਕਰਦੀ ਹੈ? ਨੰਬਰ ਆਫ ਹੋਪ ਕਾਊਂਟ ਕਰਦੀ ਹੈ ਕਿ ਵੀ ਸੈਂਡਰ ਤੋਂ ਰਿਸੀਵਰ ਤੱਕ ਪਹੁੰਚਣੇ ਲਈ ਪੈਕਟ ਸਾਡਾ ਕਿਹੜੇ ਕਿਹੜੇ ਲਿੰਕ ਤੋਂ ਹੋ ਕੇ ਰਿਸੀਵ ਹੋਇਆ। ਠੀਕ ਹੈ। ਨੈਕਸਟ ਇਜ਼ ਸੋਰਸ ਐਡਰੈਸ ਫੀਲਡ। सेम यह IPv4 वांगू यह की दसदी है? साडे सेंडर कंप्यूटर का एड्रैस दसदी है। नैक्सट इज़ डेस्टिनेशन एड्रैस। डेस्टिनेशन एड्रैस फील्ड की दसदी है? साडे रिसीवर कंप्यूटर का एड्रैस दसदी है। ठीक है। सोर्स एड्रैस ते यह डेस्टिनेशन एड्रैस दोनों बिट्स दोनों फील्ड्स किन्ने बाइट्स दियां हुंदियां? 16 बाइट्स दियां हुंदियां IPv6 दे विच। नाउ हुण ये दो डेफिनेशन है। फर्स्ट इज़ डिफाइन लूप बैक एड्रैस एंड सेकेंड इज़ डिफॉल्ट एड्रैस। लूप बैक एड्रैस की हुंदा है? IP एड्रैस जिहड़ा तुहाडा क्लास A दे विच लास्ट एड्रैस हुंदा है 127.0.0.1, इहनूं आपां लूप बैक एड्रैस कहंदे हैं। यह किहदे लई यूज़ हुंदा है? जे तुहाडे नैटवर्क दे विच कोई प्रॉब्लम आ जांदी है तां इस IP एड्रैस दे थ्रू ही असी उस नैटवर्क दी प्रॉब्लम नूं ट्रबल शूट करते हैं ते टेस्ट करते हैं। ठीक है। इट इज़ अ स्पैशल IP एड्रैस विच इज़ रिजर्वड फॉर यूज इन टेस्टिंग दी नैटवर्क कार्ड्स। लास्ट इज़ डिफॉल्ट एड्रैस। जिहड़ा साडा पहला क्लास ए दा सब तो पहला एड्रैस हुंदा है 0.0.0, ये आपां यूज़ नहीं करते। ठीक है। इस एड्रैस नूं आपां की कहंदे आ? डिफॉल्ट एड्रैस।